ਤਾਜ਼ਾ ਬਿਆਨ ਜਿਹੜਾ ਸਨੀ ਦਿਓਲ ਦਾ ਆਇਆ ਸੀਗਾ ਕਿ ਮੈਂ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਨਹੀਂ ਲੜਾਂਗਾ ਔਰ ਮੈਂ ਇੱਕ ਅਦਾਕਾਰ ਦੇ ਰੂਪ ਦੇ ਵਿੱਚ ਇਸ ਦੇਸ਼ ਦੀ ਸੇਵਾ ਕਰਾਂਗਾ। ਮੈਂ ਸਮਝਦਾ ਕਿ ਇਸ ਪਿੱਛੇ ਗੁਰਦਾਸਪੁਰ ਖਾਸ ਪੰਜਾਬੀਆਂ ਦੀ ਬਹੁਤ ਵੱਡੀ ਜਿੱਤ ਹੈ, ਕਿਉਂਕਿ ਅਸੀਂ ਲੰਬੇ ਸਮੇਂ ਤੋਂ ਅਸੀਂ ਇਹਨਾਂ ਦੇ ਵਿਰੁੱਧ ਆਵਾਜ਼ ਜਿਹੜੀ ਹੈ ਉਹ ਚੱਕਦੇ ਆ ਰਹੇ ਸੀ, ਇਹਨਾਂ ਦਾ ਵਿਰੋਧ ਕਰਦੇ ਆ ਰਹੇ ਸੀਗੇ, ਕਿਉਂਕਿ ਇਹ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ 1 ਸਾਲ ਬਾਅਦ ਹੀ ਇਹਨਾਂ ਦਾ ਜਿਹੜਾ ਅਸਲ ਰੂਪ ਸੀ ਉਹ ਲੋਕਾਂ ਦੇ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਸੀ। ਔਰ ਅਸੀਂ ਉਸ ਦਿਨ ਤੋਂ ਹੀ ਚਾਹੇ ਗੁੰਮਸ਼ੁਦਾ ਦੇ ਪੋਸਟਰ ਲਗਾਏ, ਚਾਹੇ ਅਸੀਂ ਰਾਸ਼ਟਰਪਤੀ ਜੀ ਨੂੰ ਮੈਂ ਚਿੱਠੀਆਂ ਲਿਖੀਆਂ, ਚਾਹੇ ਹੋਰ ਤਰੀਕਿਆਂ ਰਾਹੀਂ ਵਿਰੋਧ ਹੁਣ ਜੀ ਅਸੀਂ ਗਦਰ 2 ਦਾ ਫਿਲਮ ਦਾ ਵੀ ਅਸੀਂ ਬਾਈਕਾਟ ਕੀਤਾ। ਸੋ ਮੈਂ ਸਨੀ ਦਿਓਲ ਨੂੰ ਇਹ ਪੁੱਛਣਾ ਚਾਹੁੰਦਾ ਵੀ ਤੁਸੀਂ ਲੋਕ ਸੇਵਾ ਦੀ ਗੱਲ ਕਰ ਰਹੇ ਹੋ, ਤੁਸੀਂ ਤਾਂ ਨਕਲੀ ਜਿਹੜੇ ਦੇਸ਼ ਭਗਤ ਜੇ, ਤੁਹਾਡੀ ਦੇਸ਼ ਭਗਤੀ ਤਾਂ ਪਾਕਿਸਤਾਨ ਦੀ ਜਿਹੜੀ ਫਿਲਮਾਂ ਨੇ ਤੁਹਾਨੂੰ ਪਾਕਿਸਤਾਨ ਯਾਦ ਕਰਕੇ ਤੁਹਾਡੀ ਦੇਸ਼ ਭਗਤੀ ਜਾਗਦੀ ਆ। ਜਦੋਂ ਤੁਹਾਡੇ ਕੋਲ ਮੌਕਾ ਸੀ ਅਸਲ ਦੇਸ਼ ਭਗਤੀ ਦਿਖਾਉਣ ਦਾ, ਤੁਹਾਨੂੰ ਗੁਰਦਾਸਪੁਰ ਦੇ ਲੋਕਾਂ ਨੇ ਜਿਤਾ ਕੇ ਲੋਕ ਸਭਾ ਮੈਂਬਰ ਪਾਰਲੀਮੈਂਟ ਉੱਥੇ ਦਿੱਲੀ ਤੁਹਾਨੂੰ ਭੇਜਿਆ ਸੀਗਾ, ਉੱਥੇ ਤੁਹਾਡੇ ਕੋਲ ਅਸਲ ਮੌਕਾ ਸੀਗਾ ਵੀ ਆਪਣੀ ਦੇਸ਼ ਭਗਤੀ ਦਿਖਾਉਣ ਦਾ। ਔਰ ਤੁਸੀਂ ਨਕਲੀ ਜਿਹੜੀ ਦੇਸ਼ ਭਗਤੀ ਆ ਉਹ ਅਕਸਰ ਫਿਲਮਾਂ 'ਚ ਦਿਖਾਉਂਦੇ ਹੋ, ਔਰ ਬਾਹਰ ਵਾਲੀ ਤੁਹਾਡੀ ਜਿਹੜੀ ਦੇਸ਼ ਭਗਤੀ ਆ ਉਹ ਲੋਕਾਂ ਦੇ ਸਾਹਮਣੇ ਆ। ਉਹ ਦੇਸ਼, ਜਿਸ ਦੇਸ਼ ਦੀ ਤੁਸੀਂ ਦੇਸ਼ ਭਗਤੀ ਦੀ ਗੱਲ ਕਰਦੇ ਹੋ, ਉਸੇ ਦੇਸ਼ ਦੀ ਤੁਸੀਂ ਸੰਵਿਧਾਨ ਦੀ ਸਹੁੰ ਖਾ ਕੇ ਉਸੇ ਸੰਵਿਧਾਨ ਦੀ ਤੁਸੀਂ ਧੱਜੀਆਂ ਉਡਾ ਰੱਖੀਆਂ ਨੇ, ਔਰ ਉਸੇ ਦੇਸ਼ ਦੀ ਗੱਲ ਕਰਦੇ ਹੋ ਕਿ ਮੈਂ ਸੇਵਾ ਕਰਨੀ ਆ। ਇਹ ਤੁਹਾਡੀ ਇਸ ਪਿਛਲੇ 4.5 ਸਾਲ ਦੇ ਕਾਰਜਕਾਲ ਤੋਂ ਇਹ ਸਾਬਿਤ ਹੋ ਚੁੱਕਿਆ ਕਿ ਤੁਸੀਂ ਨਕਲੀ ਜਿਹੜੇ ਨੇ ਉਹ ਦੇਸ਼ ਭਗਤ ਜੀ, ਕਿਉਂਕਿ ਤੁਹਾਡੇ ਕੰਮ ਤੁਹਾਡੇ ਬੋਲਣੇ ਚਾਹੀਦੇ ਸੀਗੇ, ਤੁਹਾਡਾ ਅਸਲ ਜਿਹੜਾ ਦੇਸ਼ ਭਗਤੀ ਉਹ ਦਿਖਣੀ ਚਾਹੀਦੀ ਸੀ ਤੁਹਾਡੇ ਕੰਮ ਤੋਂ। ਇਸ ਤੋਂ ਵੱਧ ਕੇ ਕੀ ਦੇਸ਼ ਭਗਤੀ ਹੁੰਦੀ ਹੈ। ਮੈਂ ਤੇ ਇਹ ਗੱਲ ਕਹਿਣਾ ਚਾਹੁੰਦਾ ਕਿ ਤੁਸੀਂ ਜਿਹੜਾ ਇਹ ਗੁਰਦਾਸਪੁਰ ਦੀ ਸੀਟ ਜਿੱਤ ਕੇ ਭਾਜਪਾ ਤੇ ਜਿਹੜਾ ਅਹਿਸਾਨ ਕੀਤਾ, ਭਾਜਪਾ ਨੇ ਤੁਹਾਡਾ ਜਿਹੜਾ ਕਰਜ਼ਾ ਮੋੜਿਆ, ਜਿਹੜਾ 56 ਕਰੋੜ ਦਾ ਜਿਹੜਾ ਪਿੱਛੇ ਹੁਣ ਬੈਂਕ ਆਫ ਬਰੋਡਾ ਨੇ ਪਹਿਲਾਂ ਤਾਂ ਇੱਕ ਵਾਰੀ ਉਹਨੂੰ ਨੋਟਿਸ ਕੀਤਾ, ਫਿਰ ਨਾਲ ਹੀ ਜਦੋਂ ਉੱਤੇ ਇਹਨਾਂ ਦੇ ਅਕਾਊਂਟ ਨੂੰ ਜਦੋਂ ਪਤਾ ਲੱਗਦਾ ਕਿ ਇਹ ਤਾਂ ਭਈ ਸਨੀ ਦਿਓਲ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਨੇ, ਤੇ ਨਾਲ ਹੀ ਕੁਝ ਹੀ ਘੰਟਿਆਂ ਦੇ ਵਿੱਚ ਉਹ ਜਿਹੜਾ ਨੋਟਿਸ ਆ ਉਹ ਵਿਦਡਰਾਅ ਹੋ ਜਾਂਦਾ। ਸੋ ਮੈਨੂੰ ਬੜੀ ਹੈਰਾਨਗੀ ਹੁੰਦੀ ਹੈ ਉਸ ਨੋਟਿਸ ਦੇ ਪਿੱਛੇ ਵੀ ਕਿੰਨਾ ਕੁ ਲੋਕਾਂ ਦੇ ਇੱਕ ਟੈਕਨੀਕਲ ਰੀਜ਼ਨ ਕਰਕੇ ਇਦਾਂ ਦੇ ਨੋਟਿਸ ਵਿਦਡਰਾਅ ਹੁੰਦੇ ਨੇ। ਤੁਸੀਂ ਹੈਰਾਨ ਹੋਵੋਗੇ ਕਿ 556 ਲੋਕਾਂ ਦੀ ਈ ਆਕਸ਼ਨ ਜਿਹੜੀ ਹੈ ਲਿਸਟ ਬੈਂਕ ਆਫ ਬਰੋਦਾ ਨੇ ਜਾਰੀ ਕੀਤੀ ਸੀਗੀ, ਔਰ ਉਹਨਾਂ ਦੇ ਵਿੱਚੋਂ ਸਿਰਫ ਮਾਤਰ ਇੱਕ ਸਨੀ ਦਿਓਲ ਦਾ ਨਾਮ ਜਿਹੜਾ ਸੀਗਾ ਉਹ ਵਿਦਡਰਾਅ ਕੀਤਾ ਗਿਆ, ਉਹ ਵੀ ਟੈਕਨੀਕਲ ਰੀਜ਼ਨ ਕਰਕੇ। ਤੁਸੀਂ ਸਮਝ ਸਕਦੇ ਹੋ ਕਿ ਇਹਦੇ ਪਿੱਛੇ ਕੀ ਕਹਾਣੀ ਹੈ। ਔਰ ਇਸੇ ਬੈਂਕ ਆਫ ਬਰੋਦਾ ਦੇ ਜਿਹੜੇ CEO ਨੇ ਸੰਜੀਵ ਚੱਡਾ, ਜਿਹੜੇ ਨੇ ਜਿੱਦਨ ਅਡਾਨੀ ਦੀ ਜਿਹੜੀ ਉਹਨਾਂ ਦੀ ਸਥਿਤੀ ਜਿਹੜੀ ਆਰਥਿਕ ਡਾਵਾਡੋਲ ਸੀਗੀ, ਔਰ ਉਹਨਾਂ ਨੇ ਔਨ ਫੈਕਟ ਗੱਲ ਕਰ ਰਿਹਾ ਮੈਂ ਸਾਰੀ, ਉਹਨਾਂ ਨੇ ਬਿਆਨ ਦਿੱਤਾ ਸੀਗਾ ਕਿ ਅਡਾਨੀ ਦੀ ਇਸ ਆਰਥਿਕ ਸੰਕਟ ਦੇ ਬੈਂਕ ਆਫ ਬਰੋਦਾ ਉਹਨਾਂ ਦੇ ਨਾਲ ਖੜਾ, ਜਾਨੀ ਉਹ ਅਡਾਨੀ ਦੇ ਨਾਲ ਖੜੇ ਆ, ਜਾਨੀ ਉਹ ਭਾਜਪਾ ਦੇ ਨਾਲ ਖੜੇ ਆ। ਫਿਰ ਭਾਜਪਾ ਦੇ ਚਾਹੇ ਉਹ ਮੈਂਬਰ ਪਾਰਲੀਮੈਂਟ ਨੇ, ਚਾਹੇ MLA ਨੇ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਲੀਡਰ ਆ, ਉਹ ਬੈਂਕ ਆਫ ਬਰੋਦਾ ਹੋਰ ਵੀ ਬੈਂਕ ਜਿਹੜੇ ਨੇ ਉਹ ਇਹਨਾਂ ਦੇ ਨਾਲ ਖੜੇ ਆ। ਉਹਦਾ ਉਦਾਹਰਨ ਆ ਤੁਸੀਂ ਪਿਛਲੇ 2 ਦਿਨ ਦੇ ਵਿੱਚ ਦੇਖਿਆ ਹੀ ਆ। ਪਹਿਲਾਂ ਇੱਕ ਨੋਟਿਸ ਇਸ਼ੂ ਹੁੰਦਾ, ਨਾਲ ਹੀ ਤੁਰੰਤ ਉਹਨੂੰ ਵਾਪਸ ਲਿਆ ਗਿਆ। ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ। ਇੱਕ ਕੇਸ ਸੀਗਾ, ਇੱਕ ਕਿਸੇ ਬਜ਼ੁਰਗ ਨੇ ਲੋਨ ਲਿਆ ਸੀਗਾ, ਉਹ ਲੋਨ ਸਾਰਾ ਉਹਨੇ ਚੁਕਾਤਾ, ਮਾਤਰ 31 ਪੈਸੇ ਜਿਹੜੇ ਸੀਗੇ, 31 ਪੈਸੇ ਉਹਦੀ ਬਕਾਇਆ ਸੀਗੀ ਉਸ ਖਾਤੇ ਦੇ ਵਿੱਚ। ਲੱਖਾਂ ਦਾ ਲੋਨ ਉਹਨੇ ਵਾਪਸ ਮੋੜ ਦਿੱਤਾ ਕਿਸੇ ਕਾਰਨ ਕਰਕੇ। 31 ਪੈਸੇ ਦਾ ਡਿਊ ਸੀਗਾ। ਬੈਂਕ ਨੇ, ਇਹ ਸਟੇਟ ਬੈਂਕ ਆਫ ਇੰਡੀਆ ਦੀ ਗੱਲ ਕਰ ਰਿਹਾ ਮੈਂ, ਬੈਂਕ ਨੇ ਉਹਨਾਂ ਨੂੰ NOC ਜਾਰੀ ਨਹੀਂ ਕੀਤੀ, ਯਾਨੀ ਨੋ ਡਿਊ ਸਰਟੀਫਿਕੇਟ ਜਾਰੀ ਨਹੀਂ ਕੀਤਾ, ਇਸ ਕਰਕੇ ਵੀ 31 ਪੈਸੇ ਦਾ ਉੱਥੇ ਉਹਨਾਂ ਦਾ ਜਿਹੜਾ ਭੁਗਤਾਨ ਨਹੀਂ ਸੀਗਾ। 31 ਪੈਸੇ ਕਰਕੇ ਉਹ ਕੇਸ ਹਾਈ ਕੋਰਟ ਚਲਾ ਗਿਆ। ਔਰ ਇੱਧਰ ਤਾਂ 56 ਕਰੋੜ ਦੀ ਗੱਲ ਉਹ ਤਾਂ ਕੁਝ ਘੰਟਿਆਂ ਦੇ ਵਿੱਚ ਹੀ ਜਿਹੜੀ ਆ ਉਹ ਘੁੰਮ ਗਈ, ਆਮ ਲੋਕਾਂ ਦੇ ਵਿੱਚ ਤਾਂ ਸਮਝ ਨਹੀਂ ਆਈ। ਜਾਨੀ ਭਾਜਪਾ ਦੇ ਚਾਹੇ ਕੋਈ ਲੀਡਰ ਨੇ, ਚਾਹੇ ਇਹਨਾਂ ਦੇ ਕੋਈ ਵਪਾਰੀ ਨੇ, ਚਾਹੇ ਵੱਡੇ ਵਪਾਰ ਕਰਦੇ ਨੇ, ਉਹਨਾਂ ਨੂੰ ਸਾਰਾ ਕੁਝ ਮਾਫ ਹੈ। ਉਹਨਾਂ ਨੂੰ ਇੱਥੇ ਕਾਨੂੰਨ ਦੀ ਸਜ਼ਾਵਾਂ ਵੀ ਮਾਫ ਨੇ, ਉਹਨਾਂ ਨੂੰ ਇਹਨਾਂ ਦੇ ਕਰਜ਼ੇ ਵੀ ਮਾਫ ਨੇ, ਔਰ ਆਮ ਲੋਕਾਂ ਦਾ ਕੀ ਹਸ਼ਰ ਹੈ। ਸੋ ਮੈਂ ਸਨੀ ਦਿਓਲ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਤੁਹਾਡੀ ਹਾਲੇ ਜ਼ਿੰਮੇਵਾਰੀ ਤੁਸੀਂ ਪੂਰੀ ਨਿਭਾਈ ਨਹੀਂ ਗਈ। ਤੁਸੀਂ ਇਹ ਨਾ ਸਮਝੋ ਕਿ ਤੁਸੀਂ ਅੱਜ ਇਹ ਬਿਆਨ ਦਿੱਤਾ ਕਿ ਅਸੀਂ ਆਉਣ ਵਾਲੀ 2024 ਦੀ ਇਲੈਕਸ਼ਨ ਹੀ ਲੜਾਂਗੇ। ਤੁਹਾਨੂੰ ਗੁਰਦਾਸਪੁਰੀਆਂ ਦਾ ਕਰਜ਼ਾ ਲਾਉਣਾ ਪਊਗਾ। ਤੁਹਾਡਾ ਕਰਜ਼ਾ BJP ਨੇ ਲਾਇਆ, ਤੁਸੀਂ ਹੁਣ ਗੁਰਦਾਸਪੁਰ ਦਾ ਕਰਜ਼ਾ ਲੋਕਾਂ ਦਾ ਜਿਹੜਾ ਉਹ ਲਾਉਣਾ ਪੈਣਾ। ਤੁਸੀਂ ਇਸ ਮਤ ਭੁੱਲੋ
2019 ਦੇ 2024 ਦੇ ਵਿੱਚ ਇਹ ਜਿਹੜੇ 5 ਸਾਲ ਦਾ ਜ਼ਿਕਰ ਜਦੋਂ ਕਿਤੇ ਇਤਿਹਾਸ ਦੇ ਵਿੱਚ ਚੱਲੂਗਾ, ਲੋਕ ਤੁਹਾਨੂੰ ਲਾਂਤਾਂ ਪਾਉਣਗੇ। ਅੱਜ ਅਸੀਂ ਇਤਿਹਾਸ ਦੀਆਂ ਗੱਲਾਂ ਕਰਦੇ ਹਾਂ, ਇਤਿਹਾਸ ਫਰੋਲਦੇ ਹਾਂ, ਚਾਹੇ ਕਿਸੇ ਸ਼ਹਿਰ ਦਾ, ਚਾਹੇ ਕਿਸੇ ਸਟੇਟ ਦਾ, ਚਾਹੇ ਕਿਸੇ ਵਿਅਕਤੀ ਦਾ। ਉਹ ਜਦੋਂ ਤੁਹਾਡਾ ਇਤਿਹਾਸ ਕੱਢਾਂਗੇ, ਗੁਰਦਾਸਪੁਰ ਦਾ ਇਤਿਹਾਸ ਜਦੋਂ ਇਸ 5 ਸਾਲ ਦਾ ਫਰੋਲਾਂਗੇ, ਤੁਹਾਡਾ ਨਾਂ ਇੱਥੇ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਹੋਏਗਾ। ਉਹ ਤੁਹਾਨੂੰ ਆਉਣ ਵਾਲੀ ਪੀੜ੍ਹੀ ਤੁਹਾਨੂੰ ਲਾਂਤਾਂ ਹੋਣਗੀ ਵੀ ਇਸ 5 ਸਾਲ ਦਾ ਤੁਸੀਂ ਸੱਤਿਆਨਾਸ਼ ਕਰਤਾ ਗੁਰਦਾਸਪੁਰ ਦਾ। ਯਾਨੀ ਪਿਛਲੇ 10 ਸਾਲ ਤੋਂ ਤੁਸੀਂ ਸਾਨੂੰ ਹੋਰ ਪਿੱਛੇ ਧਕੇਲ ਦਿੱਤਾ। ਸਾਨੂੰ ਅੱਗੇ ਕੀ ਲੈ ਕੇ ਜਾਣਾ ਸੀ, ਤੁਸੀਂ ਸਾਨੂੰ ਹੋਰ ਪਿੱਛੇ ਧਕੇਲ ਦਿੱਤਾ। ਉਹ ਜਾਂਦੀ ਵਾਰੀ ਤੁਸੀਂ ਇੱਕ ਬਿਆਨ ਦੇ ਦਿੰਦੇ ਹੋ ਕਿ ਮੈਂ ਤਾਂ ਹੁਣ ਅਗਲੀ ਵਾਰੀ ਇਲੈਕਸ਼ਨ ਲੜਨੀ ਨਹੀਂ ਹੈ, ਤੇ ਫਿਰ ਇਸ ਦੇ ਬਰਾਬਰ ਮੈਂ ਤਾਂ ਭਾਜਪਾ ਵੀ ਜ਼ਿੰਮੇਵਾਰ ਆ ਵੀ ਜਿਹਨੇ ਹੁਣ ਤੱਕ ਲੋਕਾਂ ਨੂੰ ਮੂਰਖ ਸਮਝਿਆ। ਯਾਨੀ ਤੁਸੀਂ ਇੱਕ ਸੀਟ ਜਿੱਤਣੀ ਚਾਹੁੰਦੇ ਸੀਗੇ, ਤੁਹਾਡਾ ਮਕਸਦ ਪੂਰਾ ਹੋ ਗਿਆ, ਤੁਸੀਂ ਆਪ ਦੀ ਫਿਲਮਾਂ ਵੀ ਕਰਨ ਲੱਗ ਗਏ ਔਰ ਗੁਰਦਾਸਪੁਰ ਦੇ ਲੋਕ ਉੱਥੇ ਦੇ ਉੱਥੇ ਹੀ ਖੜੇ ਹੈਗੇ। ਸੋ ਇਸ ਕਰਕੇ ਮੈਂ ਸਨੀ ਦਿਓਲ ਨੂੰ ਇਹ ਗੱਲ ਕਹਿਣਾ ਕਿ ਤੁਸੀਂ ਆਪਣਾ ਜਿਹੜਾ ਅਸਤੀਫਾ, ਮੈਂ ਤੇ ਪਹਿਲਾਂ ਹੀ ਮੰਗ ਕੀਤੀ ਸੀਗੀ ਕਿ ਤੁਸੀਂ ਆਪਣਾ ਅਸਤੀਫਾ ਜਿਹੜਾ ਉਹ ਦੇ ਦਿਓ। ਪਤਾ ਨਹੀਂ ਹੁਣ ਤੁਹਾਨੂੰ ਇਹ ਜਾ ਕੇ ਹੁਣ ਕਿਉਂ ਸਮਝ ਆ ਗਈ, ਕਿਉਂਕਿ ਸਮਝ ਇਸ ਕਰਕੇ ਵੀ ਆ ਗਈ ਕਿ ਜਿਹੜਾ ਅਸੀਂ ਬਾਈਕਾਟ ਗਦਰ 2 ਦਾ ਜਿਹੜਾ ਅਸੀਂ ਸ਼ੁਰੂ ਕੀਤੀ ਸੀ ਇੱਕ ਮੁਹਿੰਮ, ਤੁਸੀਂ ਸਾਰੇ ਜਾਣਦੇ ਹੀ ਹੋ ਕਿ ਗੁਰਦਾਸਪੁਰ ਤੋਂ ਇਲਾਵਾ ਪੰਜਾਬ ਔਰ ਪੰਜਾਬ ਭਰ ਤੋਂ ਵੀ ਬਾਹਰ ਜਿਹੜੇ ਸਟੇਟਾਂ ਦੇ ਵਿੱਚ ਲੋਕ ਨੇ, ਜਿਹੜੇ ਪੰਜਾਬ ਦੇ ਦਰਦੀ ਨੇ, ਪੰਜਾਬ ਦਾ ਭਲਾ ਚਾਹੁਣ ਵਾਲੇ ਨੇ, ਉਹਨਾਂ ਨੇ ਇਸ ਗੱਲ ਦੀ ਬੜੀ ਚਿੰਤਾ ਪ੍ਰਗਟ ਕੀਤੀ ਜਦੋਂ ਸਨੀ ਦਿਓਲ ਦਾ ਅਸਲ ਚਿਹਰਾ ਲੋਕਾਂ ਦੇ ਸਾਹਮਣੇ ਗਿਆ। ਜਦੋਂ ਅਸੀਂ ਇਹ ਅਵੇਅਰਨੈਸ ਡਰਾਈਵ ਜਿਹੜੀ ਚਲਾਈ, ਜਦੋਂ ਤੋਂ ਅਸੀਂ ਇਹਨਾਂ ਦੇ ਖਿਲਾਫ ਪਿੱਛੇ ਸ਼ੁਰੂ ਹੋਏ ਹਾਂ, ਉਹ ਲੋਕਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ ਔਰ ਲੋਕਾਂ ਨੇ ਇਸ ਚੀਜ਼ ਦਾ ਬੜਾ ਚਿੰਤਾ ਪ੍ਰਗਟ ਕੀਤੀ ਹੈ ਵੀ ਅਜਿਹੇ ਲੋਕਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਔਰ ਇਹ ਲੋਕ, ਮੈਂ ਫਿਰ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਵੀ ਬਾਕੀ ਸਟੇਟਾਂ ਦੇ ਲੋਕ ਇਸ ਚੀਜ਼ ਤੋਂ ਸਬਕ ਲੈ ਲੈਣ। ਚਾਹੇ ਕੋਈ ਫਿਲਮ ਜਿਹੜੀ ਆ ਉਹ ਹਸਤੀ ਆ, ਚਾਹੇ ਕੋਈ ਬਾਲੀਵੁੱਡ ਸੈਲੀਬ੍ਰਿਟੀ, ਚਾਹੇ ਕਿਸੇ ਵੀ ਪੇਸ਼ੇ ਵਜੋਂ ਕੋਈ ਵਿਅਕਤੀ ਆ, ਕਦੀ ਵੀ ਉਹਨਾਂ ਨੂੰ ਅੱਖਾਂ ਬੰਦ ਕਰਕੇ ਵੋਟਾਂ ਨਾ ਪਾਓ। ਉਹਦਾ ਅਸਲ ਜ਼ਿੰਦਗੀ ਦੇ ਵਿੱਚ ਜਿਹੜਾ ਉਹਦਾ ਚਿਹਰਾ ਆ ਜਾਂ ਉਹਦਾ ਰਹਿਣ ਸਹਿਣ ਆ ਉਹ ਦੇਖਿਆ ਜਾਏ, ਨਾ ਕਿ ਫਿਲਮੀ ਵਾਲਾ ਦੇਖਿਆ ਜਾਏ। ਗੁਰਦਾਸਪੁਰੀ ਦੇ ਲੋਕਾਂ ਨੇ ਤਾਂ ਗਲਤੀ ਕਰ ਲਈ ਹੈ, ਉਹ ਅਸੀਂ ਭੁਗਤ ਵੀ ਰਹੇ ਹਾਂ ਔਰ ਇਹਦਾ ਨਤੀਜਾ ਸਾਹਮਣੇ ਆ। ਮੈਂ ਫਿਰ ਇੱਕ ਵਾਰ ਕਹਿਣਾ ਚਾਹੁੰਦਾ ਕਿ ਗੁਰਦਾਸਪੁਰ ਦੇ ਲੋਕਾਂ ਦਾ ਔਰ ਪੰਜਾਬੀਆਂ ਦੀ ਇਹ ਵੱਡੀ ਜਿੱਤ ਆ ਕਿ ਤੁਹਾਡੇ ਰੋਸ ਅੱਗੇ, ਤੁਹਾਡੇ ਰੋਹ ਅੱਗੇ, ਤੁਹਾਡਾ ਜਿਹੜਾ ਵਿਰੋਧ ਪ੍ਰਦਰਸ਼ਨ ਸੀਗਾ, ਤੁਹਾਡੀਆਂ ਜਿਹੜੀਆਂ ਟਿੱਪਣੀਆਂ ਸੀਗੀਆਂ, ਤੁਹਾਡਾ ਜਿਹੜਾ ਗੁੱਸਾ ਸੀਗਾ, ਉਹ ਇਹਨਾਂ ਤੱਕ ਪਹੁੰਚਿਆ ਔਰ ਇਹਨਾਂ ਨੂੰ ਇਸ ਚੀਜ਼ ਦੀ ਹੋਸ਼ ਆਈ ਆ ਕਿ ਅਸੀਂ ਹੁਣ, ਕਿਉਂਕਿ ਇਹ ਜਾਣਦੇ ਆ ਚੰਗੀ ਤਰ੍ਹਾਂ ਕਿ ਪੰਜਾਬੀ ਜੇ ਚੜਾਉਣਾ ਵੀ ਜਾਣਦੇ ਤੇ ਲਾਉਣਾ ਵੀ ਜਾਣਦੇ ਨੇ। ਅੱਜ ਸਨੀ ਦਿਓਲ ਜੋ ਵੀ ਆ, ਇਹ ਪੰਜਾਬੀਆਂ ਦੀ ਬਦੌਲਤ ਆ। ਇਹਨਾਂ ਨੂੰ ਇੱਜ਼ਤ, ਮਾਣ, ਸਨਮਾਨ, ਸ਼ੋਹਰਤ, ਪੈਸਾ ਸਭ ਪੰਜਾਬੀਆਂ ਨੇ ਦਿੱਤਾ ਔਰ ਅੱਜ ਪੰਜਾਬੀਆਂ ਨੂੰ ਪਿੱਠ ਦਿਖਾ ਕੇ ਭੱਜੇ ਨੇ ਤੇ ਫਿਰ ਪੰਜਾਬੀਆਂ ਨੂੰ ਲੈਣਾ ਵੀ ਆਉਂਦਾ। ਅੱਜ ਪੰਜਾਬੀਆਂ ਨੇ ਪਾਸਾ ਵੱਟ ਲਿਆ, ਹੁਣ ਜਾ ਕੇ ਇਹਨਾਂ ਨੂੰ ਸੇਕ ਲੱਗਾ ਕਿ ਨਹੀਂ ਹੁਣ ਤਾਂ ਸਾਡੀ ਗੱਲ ਨਹੀਂ ਬਣਨੀ। ਸੋ ਇਸ ਕਰਕੇ ਮੈਂ ਸਮੂਹ ਪੰਜਾਬੀਆਂ ਦਾ ਧੰਨਵਾਦ ਕਰਦਾ, ਖਾਸ ਗੁਰਦਾਸਪੁਰੀਆਂ ਦਾ। ਇਹ ਲੜਾਈ ਅੱਗੇ ਵੀ ਜਾਰੀ ਰਹੇਗੀ, ਅਸੀਂ ਆਪਣੇ ਗੁਰਦਾਸਪੁਰ ਦੇ ਹੱਕ ਲੈ ਕੇ ਰੱਖਾਂਗੇ। ਔਰ ਅਖੀਰ ਦੇ ਵਿੱਚ ਮੈਂ ਸਨੀ ਦਿਓਲ ਨੂੰ ਇੱਕ ਧਿਆਨ 'ਚ ਲਿਆ ਦਿਆਂ, ਤੁਹਾਡੇ ਧਿਆਨ 'ਚ ਤੇ ਹੋਣੀ ਨਹੀਂ ਇਹ ਗੱਲ। ਆਹ ਜਿਹੜੇ ਗੁਰਦਾਸਪੁਰ ਦੇ ਕੁਝ ਪਿੰਡ ਨੇ ਜਿਹੜੇ ਹੜ੍ਹਾਂ ਦੀ ਮਾਰ ਹੇਠ ਆਏ ਨੇ, ਤੁਹਾਨੂੰ ਚਾਹੀਦਾ ਕਿ ਜਿਹੜਾ ਤੁਸੀਂ MP ਲੈਂਡ ਫੰਡ ਜਿਹੜਾ ਤੁਸੀਂ ਬਲੌਕ ਕਰਕੇ ਜਿਹੜਾ ਰੱਖਿਆ, ਉਹਦਾ 1 ਰੁਪਿਆ ਵੀ ਤੁਸੀਂ 10 ਦਾ ਮਸ ਨਹੀਂ ਹੋਣ ਦਿੱਤਾ। ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਜਾਂਦੀ ਉਸ MP ਲੈਂਡ ਫੰਡ ਤੋਂ ਗੁਰਦਾਸਪੁਰ ਦੇ ਜਿਹੜੇ ਪਿੰਡ ਕਿਸਾਨਾਂ ਦੇ, ਉਹਨਾਂ ਨੂੰ ਆਰਥਿਕ ਉਹਨਾਂ ਦੀ ਮਦਦ ਕੀਤੀ ਜਾਵੇ, ਉਹਨਾਂ ਨੂੰ ਸੈਂਟਰ ਗਵਰਨਮੈਂਟ ਤੋਂ ਵਿਸ਼ੇਸ਼ ਪੈਕੇਜ ਲਿਆ ਕੇ ਦਿੱਤੇ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਉਹਦੇ ਸਨੀ ਦਿਓਲ ਦੇ ਉੱਪਰ ਇੱਕ ਗੱਲ ਬੜੀ ਵਧੀਆ ਢੁੱਕਦੀ ਆ ਕਿ ਨਾਚ ਨਾ ਜਾਣੇ ਤੇ ਆਂਗਣ ਟੇਢਾ, ਹੱਥ ਨਾ ਆਵੇ ਤੇ ਥੂ ਕੋੜੀ। ਇਹ ਤੇ ਪਹਿਲੇ ਦਿਨ ਤੋਂ ਹੀ ਅਦਾਕਾਰ ਸੀਗਾ, ਸਿਆਸਤਦਾਨ ਤੇ ਕਦੀ ਹੈ ਹੀ ਨਹੀਂ ਸੀ। ਸਿਰਫ ਪੋਲੀਟੀਕਲ ਪਾਰਟੀਆਂ ਨੇ ਸਾਡੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਇਸ ਸ਼ਖਸੀਅਤ ਦੀ ਵਰਤੋਂ ਕੀਤੀ ਕਿ ਕਿਉਂਕਿ ਇੱਕ ਬਹੁਤ ਹੀ ਵਧੀਆ ਚਿਹਰਾ ਸੀਗਾ ਇਹ ਫਿਲਮ ਇੰਡਸਟਰੀ ਦਾ ਤੇ ਆਪਣੇ ਆਪ ਨੂੰ ਪੰਜਾਬ ਦਾ ਵਾਸੀ ਦੱਸਦਾ ਸੀ ਤੇ ਲਿਆ ਕੇ ਗੁਰਦਾਸਪੁਰ ਉਸ ਵੇਲੇ ਇਹਨਾਂ ਨੇ ਵਰਤਿਆ ਇਸ ਦੇ ਚਿਹਰੇ ਨੂੰ, ਜਦੋਂ ਇੱਕ ਵਾਕਈ ਹੀ ਫਿਲਮ ਸਟਾਰ ਗੁਰਦਾਸਪੁਰ ਨੂੰ ਲੋਕ ਪਸੰਦ ਕਰਦੇ ਸੀ। ਕਿਉਂਕਿ ਇਹਨਾਂ ਤੋਂ ਪਹਿਲਾਂ ਜੋ ਵਿਨੋਦ ਖੰਨਾ ਵੀ ਜੀ ਸੀਗੇ ਉਹ ਕਾਮਯਾਬ ਹੋਏ ਸੀਗੇ ਸਿਆਸਤ ਵਿੱਚ, ਪਰ ਵਿਨੋਦ ਖੰਨਾ ਜੀ ਨੇ ਬਹੁਤ ਵੱਡੇ ਕੰਮ ਕੀਤੇ ਸੀ, ਜਿਸ ਤਰ੍ਹਾਂ ਜ਼ਿਲ੍ਹੇ ਗੁਰਦਾਸਪੁਰ ਤੇ ਹੁਸ਼ਿਆਰਪੁਰ ਨੂੰ ਜੋੜਿਆ, ਜੰਮੂ ਤੇ ਪੰਜਾਬ ਨੂੰ ਜੋੜਿਆ। ਪਰ ਇਸ ਸ਼ਖਸੀਅਤ ਦੇ ਪਹਿਲੇ ਦਿਨ ਤੋਂ ਹੀ ਇਹਨੇ ਤੇ ਆਪਣੀ
ਕੰਪੇਨ ਸ਼ੁਰੂ ਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਵੀ ਮੈਂ ਕੋਈ ਸਿਆਸਤਦਾਨ ਨਹੀਂ ਹੋ ਗਿਆ, ਪਰ ਸਾਡੇ ਲੋਕਾਂ ਨੇ ਇਹਨਾਂ ਨੂੰ ਸਮਝਿਆ ਹੀ ਨਹੀਂ। ਸਾਡੇ ਲੋਕ ਅਕਸਰ ਹੀ ਮੂਰਖ ਬਣਦੇ ਆਏ ਆ। ਤਾਂ ਬੜਾ ਵਧੀਆ ਫੈਸਲਾ ਲੈ ਲਿਆ, ਨਹੀਂ ਤੇ ਅਸੀਂ ਤਾਂ ਸਾਫ਼ ਇਹ ਐਲਾਨ ਕੀਤਾ ਸੀ ਵੀ ਜਦੋਂ ਵੀ ਇਹ ਐਮਪੀ ਗੁਰਦਾਸਪੁਰ ਦੇ ਵਿੱਚ ਵੜੇਗਾ ਤੇ ਇਹਦਾ ਡਟ ਕੇ ਠੋਕ ਕੇ ਵਿਰੋਧ ਕਰਾਂਗੇ। ਚਲੋ ਹੁਣ ਇਹ ਅਕਲ ਆ ਗਈ, ਇਹਨੂੰ ਸਮੇਂ ਦੇ ਨਾਲ ਆ ਗਈ, ਨਹੀਂ ਤੇ ਜੇਕਰ ਇਹ ਲੋਕ ਸਭਾ ਚੋਣਾਂ ਦੇ ਵਿੱਚ ਕਿਤੇ ਦੁਬਾਰਾ ਗੁਰਦਾਸਪੁਰ ਉਤਰ ਆਉਂਦਾ ਤੇ ਅਸੀਂ ਤੇ ਇਹਦਾ ਪੂਰਨ ਤੌਰ ਤੇ ਬਾਈਕਾਟ ਕਰਨਾ ਸੀਗਾ। ਔਰ ਤੇ ਬਹੁਤ ਸਹੀ ਸਮੇਂ ਤੇ ਇਹਨੇ ਫੈਸਲਾ ਲੈ ਲਿਆ ਕਿ ਮੈਂ ਸਿਆਸਤ ਨੂੰ ਛੱਡ ਦੇਵਾਂ, ਕਿਉਂਕਿ ਜੇ ਸਿਆਸਤ ਦੇ ਵਿੱਚ ਤੇ ਇਹ ਲੋਕਾਂ ਦੀ ਪੰਜਾਬ ਦੀ ਸੇਵਾ ਤੇ ਕਰ ਨਹੀਂ ਸਕਿਆ ਤੇ ਇਹ ਨਾ ਹੁੰਦਾ ਵੀ ਕਿਤੇ ਫਿਲਮ ਇੰਡਸਟਰੀ ਤੋਂ ਵੀ ਜਾਂਦਾ ਰਹਿੰਦਾ ਤੇ ਫਿਰ ਇਹਦੇ ਤੇ ਉਹ ਮੁਹਾਵਰਾ ਵੀ ਲਾਗੂ ਹੋ ਜਾਣਾ ਸੀਗਾ ਵੀ ਧੋਬੀ ਦਾ ਕੁੱਤਾ ਨਾ ਘਰ ਦਾ ਤੇ ਨਾ ਘਾਟ ਦਾ। ਤਾਂ ਸੋ ਅਸੀਂ ਤੇ ਐਲਾਨ ਕੀਤਾ ਸੀਗਾ ਔਰ ਬੜੇ 2 ਸਾਲ ਪਹਿਲਾਂ ਹੀ ਇਹਦੇ ਜਿਹੜੇ ਗੁੰਮਸ਼ੁਦਾ ਦੇ ਪੋਸਟਰ ਵੀ ਲਾਏ ਸੀ, ਕਿਉਂਕਿ ਕਰੋਨਾ ਦਾ ਕਾਲ ਆਇਆ, ਲੋਕ ਤਰਸੇ ਰਹੇ ਹਰ ਦੋ ਤੇ ਇਹਨੇ ਸਾਡੀ ਕਿਤੇ ਜਾ ਕੇ ਲੋਕ ਸਭਾ 'ਚ ਗੱਲ ਵੀ ਨਹੀਂ ਚੁੱਕੀ। ਅਸੀਂ ਤੇ ਸੜਕ ਗਲੀ ਗਲੀ ਪਿੰਡ ਜਾ ਕੇ ਇਹਨਾਂ ਦੇ ਦਫ਼ਤਰਾਂ ਦੇ ਅੱਗੇ ਵੀ ਪੋਸਟਰ ਲਾਏ ਬੀਜੇਪੀ ਦੇ ਵੀ ਸਨੀ ਦਿਓਲ ਦੀ ਅਸੀਂ ਭਾਲ ਕਰ ਰਹੇ ਹਾਂ, ਦੱਸੋ ਕਿਤੇ ਹੈ ਆ। ਤੇ ਇਸ ਕਰਕੇ ਇਹ ਬਹੁਤ ਵਧੀਆ ਫੈਸਲਾ ਲਿਆ। ਪਰ ਹੁਣ ਅੱਗੇ ਪਾਰਟੀਆਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਇਹ ਲੋਕਾਂ ਨੂੰ ਮੂਰਖ ਬਣਾਉਣਾ ਬੰਦ ਕਰੋ ਤੇ ਕੋਈ ਜਿਹੜਾ ਉਹ ਵਾਕਿਆ ਹੀ ਲੈ ਕੇ ਆਓ ਜਿਹੜਾ ਲੋਕਾਂ ਦੀ ਸੇਵਾ ਕਰ ਸਕੇ, ਲੋਕਾਂ ਦੇ ਦਰਦ ਨੂੰ ਸਮਝ ਸਕੇ। ਜੀ ਮੇਰਾ ਨਾਮ ਸ਼ਰਨਜੀਤ ਸਿੰਘ ਆ, ਮੈਂ ਗੁਰਦਾਸਪੁਰ ਦਾ ਵਸਨੀਕ ਆ। ਸਨੀ ਦਿਓਲ ਕਿਹਾ ਮੈਂ ਸਿਆਸਤ ਛੱਡਣੀ ਹੈ, ਕੀ ਕਹੋਗੇ? ਬਹੁਤ ਵਧੀਆ ਕੀਤਾ ਉਹਨੇ ਸਿਆਸਤ ਛੱਡ ਕੇ ਜੀ। ਵੈਸੇ ਉਹਨੇ ਸਾਡੇ ਗੁਰਦਾਸਪੁਰ ਹਲਕੇ ਦੇ ਵਾਸਤੇ ਕੁਝ ਨਹੀਂ ਕੀਤਾ ਇਹੋ ਜਿਹਾ ਐਮਪੀ ਬਣ ਕੇ। ਵਿਨੋਦ ਖੰਨਾ ਨੇ ਸਾਡੇ ਐਮਪੀ ਬਣ ਕੇ ਬਹੁਤ ਵਧੀਆ ਕੰਮ ਕੀਤੇ ਆ ਗੁਰਦਾਸਪੁਰ ਜ਼ਿਲ੍ਹੇ ਦੇ, ਜਿੱਦਾਂ ਮਕੇਰੀਆਂ ਪੁਲ ਬਣਾਏ ਆ, ਆਪਣੇ ਇੱਧਰ ਬਿਆਨਪੁਰ ਵੱਲ ਬਹੁਤ ਜ਼ਿਆਦਾ ਕੰਮ ਕੀਤੇ, ਇੱਧਰ ਦੀਨਾਨਗਰ ਸਾਈਡ ਪਠਾਨਕੋਟ ਸਾਈਡ ਤੇ ਬਹੁਤ ਜ਼ਿਆਦਾ ਕੰਮ ਕੀਤੇ ਉਹਨਾਂ ਨੇ। ਸਨੀ ਦਿਓਲ ਤੋਂ ਕੀ ਉਮੀਦਾਂ ਸੀ? ਸਨੀ ਦਿਓਲ ਤੋਂ ਬਹੁਤ ਜ਼ਿਆਦਾ ਉਮੀਦਾਂ ਸੀ, ਸਾਡੇ ਇਲਾਕੇ ਦਾ ਐਮਪੀ ਬਣਿਆ ਸੀ। ਆਪਾਂ ਸੋਚਿਆ ਇੱਕ ਨਵਾਂ ਵਧੀਆ ਇੱਕ ਆਇਆ ਵਾ ਚਿਹਰਾ ਆਇਆ ਦੁਨੀਆ ਸਾਹਮਣੇ ਤੇ ਵਧੀਆ ਕੰਮ ਕਰੂਗਾ, ਪਰ ਉਹਨੇ ਕੁਛ ਇਹੋ ਜਿਹਾ ਕੰਮ ਨਹੀਂ ਕੀਤਾ ਹੈਗਾ। ਉਹ ਸਭ ਆਪਣੇ ਕੰਮ ਦੇ ਵਿੱਚ ਬਿਜੀ ਰਿਹਾ ਵਾ, ਇੱਧਰ 1 ਮਿੰਟ ਨਹੀਂ ਆਇਆ ਉਹ। ਜਿਹੜੀ ਨੇ ਕਿਹਾ ਸਿਆਸਤ ਛੱਡਣੀ ਹੈ, ਹੁਣ ਕਿੱਦਾਂ ਦਾ ਫੈਸਲਾ ਦਾ ਤੁਹਾਨੂੰ? ਸਿਆਸਤ ਛੱਡ ਕੇ ਬਹੁਤ ਵਧੀਆ ਕੀਤਾ। ਹੁਣ ਨਵਾਂ ਕੋਈ ਐਮਪੀ ਆਊਗਾ ਸਾਡੇ ਪੰਜਾਬ ਲਈ, ਕੋਈ ਵਧੀਆ ਸੋਚੂਗਾ, ਸਾਡੇ ਗੁਰਦਾਸਪੁਰ ਜ਼ਿਲ੍ਹੇ ਕੋਈ ਸੋਚੂਗਾ ਕੋਈ ਵਧੀਆ, ਤੇ ਆਪਣੀ ਜਿੱਥੇ ਜਿਹੜੀ ਐਕਟਿੰਗ ਦੇ ਵਿੱਚ ਕੰਮ ਕਰਦਾ ਉਹ ਆਪਣੀ ਐਕਟਿੰਗ ਵਾਲੇ ਜਾਰੀ ਦੇ ਫਿਰ ਕਰਨੀ ਤੇ ਪੰਜਾਬ ਦੀ ਇੰਡੀਆ ਦੀ ਸੇਵਾ ਜਿੱਦਾਂ ਮਰਜ਼ੀ ਕਰੀ ਜਾਵੇ। ਜੋ ਕਿ ਸਨੀ ਦਿਓਲ ਦਾ ਅੱਜ ਬਿਆਨ ਆਇਆ ਕਿ ਮੈਂ ਸਿਆਸਤ ਛੱਡ ਦੇਣੀ ਆ, ਜੋ ਵੀ ਮੈਂ ਕਹਿੰਦਾ ਕਿ ਜੋ ਵੀ ਉਹਨਾਂ ਡਿਸੀਜਨ ਲਿਆ ਇਹ ਸਹੀ ਆ, ਕਿਉਂਕਿ ਉਹਨਾਂ ਨੂੰ ਸਿਆਸਤ ਦੇ ਵਿੱਚ ਰਹਿ ਕੇ ਕੀਤਾ ਤੇ ਕੁਝ ਹੈਗਾ ਨਹੀਂ ਆ। ਕਿਉਂਕਿ ਗੁਰਦਾਸਪੁਰ ਵਿੱਚ ਤੁਹਾਨੂੰ ਪਤਾ ਹੀ ਆ ਬਣ ਤੋਂ ਬਾਅਦ ਉਹ ਨਾ ਹੀ ਇੱਥੇ ਆਏ, ਜਿੱਦਾਂ ਕਿ ਕਾਫੀ ਇੱਥੇ ਪ੍ਰੋਬਲਮ ਆਈਆਂ, ਜਿੱਦਾਂ ਕਿ ਕਰੋਨਾ ਦੀ ਆਈ ਆ, ਫਿਰ ਆ ਹੁਣ ਪ੍ਰੋਬਲਮ ਆਈ ਆ ਪਾਣੀ ਦੀ ਮਕੇਰੀਆਂ ਵਿੱਚ ਹਰ ਪੀਰਤਾਂ ਵਾਸਤੇ। ਨਾ ਉਹਨਾਂ ਨੇ ਕੋਈ ਯੋਗਦਾਨ ਪਾਇਆ, ਨਾ ਹੀ ਕਦੀ ਕੋਈ ਇੱਥੇ ਆ ਕੇ ਉਹਨਾਂ ਨੇ ਕੁਝ ਆਪਣੇ ਕਿਸੇ ਨਾਲ ਵੀ ਕੋਈ ਵਿਅਕਤੀ ਨਾਲ ਕੋਈ ਗੱਲਬਾਤ ਕੀਤੀ ਗੁਰਦਾਸਪੁਰ ਦਿਆਂ ਨਾਲ, ਵੋਟਾਂ ਮੰਗਣ ਆਏ ਸੀਗੇ ਬਸ। ਤੇ ਹੁਣ ਜੋ ਵੀ ਆ ਉਹਨਾਂ ਨੇ ਆਪ ਹੀ ਇੰਨੀ ਗੱਲ ਕਹੀ ਹੈ ਕਿ ਮੈਂ ਫਿਲਮਾਂ 'ਚ ਸੇਵਾ ਸੂਬਾ ਤੇ ਚਲੋ ਕੀ ਕਰਨੀ ਆ, ਪਰ ਜਿੱਦਾਂ ਵੀ ਆ ਆਪਣੇ ਕਿੱਤੇ ਵਿੱਚ ਰਹਿਣ, ਜੋ ਵੀ ਕਰਨਾ। ਇੱਥੇ ਗੁਰਦਾਸਪੁਰ ਬਹੁਤ ਹੀ ਜ਼ਿਆਦਾ ਰੋਸ ਭਰੇ ਹੋਏ ਇਨਸਾਨ ਆ ਕਿ ਹਰ ਇੱਕ ਬੰਦੇ ਨੂੰ ਵਿਅਕਤੀ ਨੂੰ ਬਹੁਤ ਗੁੱਸਾ, ਸਾਨੂੰ ਆਪ ਪਰਸਨਲੀ ਬਹੁਤ ਜ਼ਿਆਦਾ ਗੁੱਸਾ, ਕਿਉਂਕਿ ਇੱਥੇ ਆ ਕੇ ਇੱਕ ਐਮਪੀ ਬਣ ਕੇ ਉਸ ਤੋਂ ਬਾਅਦ ਨਾ ਤੇ ਕੋਈ ਇੱਥੇ ਕੋਈ ਕੰਮ ਕੀਤਾ, ਨਾ ਹੀ ਕਿਸੇ ਨੂੰ ਆਣ ਕੇ ਕੋਈ ਨੌਜਵਾਨਾਂ ਨੂੰ ਆਣ ਕੇ ਮਿਲੇ, ਨਾ ਕਿਸੇ ਨਾਲ ਕੋਈ ਸੋਚਿਆ। ਤੇ ਉਹਦੇ ਨਾਲ ਬੈਟਰ ਇਹੋ ਹੀ ਆ ਕਿ ਉਹ ਜਿਹੜਾ ਆਪਣਾ ਕੰਮ ਕਰਦੇ ਆ ਮਾੜਾ ਚੰਗਾ ਉਹ ਆਪਣਾ ਕੰਮ ਕਰੀ ਜਾਣ। ਮੈਂ ਤੇ ਇਹੋ ਓਪੀਨੀਅਨ ਦੇਵਾਂਗਾ ਜੀ।